ਸਾਡੇ ਬੱਚੇ ਸਮਝਣਗੇ। ਜਦੋਂ ਅਸੀਂ ਸਮਝਾਂਗੇ ਫੇਰ ਸਾਡੇ ਬੱਚੇ ਸਮਝਣਗੇ। ਮੈਂ ਇੱਕ ਕਹਾਣੀ ਸੁਣੀ ਸੀ ਪਿਛਲੇ ਸਮੇਂ, ਅੰਮ੍ਰਿਤਸਰ ਅਸੀਂ ਗਏ ਸੀ, ਉੱਥੇ ਪਾਸਟਰ ਨੇ ਕਹਾਣੀ ਸੁਣਾਈ। ਉਹ ਕਹਿੰਦੇ ਕਿ ਜੰਮੂ ਐਂਡ ਕਸ਼ਮੀਰ ਦੇ ਵਿੱਚ ਇੱਕ ਬੰਦਾ ਸੀ, ਉਹ ਜੌਬ ਕਰਦਾ ਸੀ, ਬਹੁਤ ਅੱਛਾ ਬੰਦਾ ਸੀ, ਪਰ ਉਹਨੂੰ ਨਸ਼ਾ ਕਰਨ ਦੀ, ਤੁਸੀਂ ਕਹਿ ਲਓ ਦਾਰੂ ਪੀਣ ਦੀ ਕੀ ਸੀ ਆਦਤ ਸੀ। ਉਹ ਜਦੋਂ ਸਵੇਰ ਕੰਮ ਤੇ ਜਾਂਦਾ ਤਾਂ ਬੋਤਲ ਖਰੀਦ ਲੈਂਦਾ, ਔਰ ਜਦੋਂ ਉੱਥੋਂ ਆਉਂਦਾ ਵਾਪਸ ਕੰਮ ਤੋਂ ਆਉਂਦਾ, ਬੋਤਲ ਖਰੀਦ ਕੇ ਕਿੱਥੇ ਆ ਜਾਂਦਾ? ਘਰੇ ਆ ਜਾਂਦਾ। ਘਰੇ ਆ ਕੇ ਉਹ ਬੋਤਲ ਨੂੰ, ਉਹ ਦਾਰੂ ਨੂੰ ਜਦੋਂ ਪੀਂਦਾ ਤਾਂ ਥੋੜੀ ਜੀ ਇੰਨੀ ਕੁ ਦਾਰੂ ਉਹ ਬੋਤਲ ਦੇ ਵਿੱਚ ਕੀ ਕਰ ਦਿੰਦਾ ਸੀ? ਛੱਡ ਦਿੰਦਾ ਸੀ, ਜਾਂ ਕਹਿ ਲਓ ਰਹਿ ਜਾਂਦੀ ਸੀ। ਇਹ ਕਾਫੀ ਸਮਾਂ ਚੱਲਦਾ ਗਿਆ। ਜਦੋਂ ਦਾ ਬੱਚਾ 10 ਸਾਲ ਦਾ, 12 ਸਾਲ ਦਾ, 13 ਸਾਲ ਦਾ ਹੋਇਆ ਤਾਂ ਉਹਨੇ ਦੇਖਿਆ ਕਿ ਸਾਡੇ ਘਰ ਦੇ ਵਿੱਚ ਜਦੋਂ ਅਸੀਂ ਸਵੇਰ ਉੱਠਦੇ ਹਾਂ, ਬੋਤਲ ਪਈ ਹੁੰਦੀ ਹੈ, ਔਰ ਬੋਤਲ ਵਿੱਚ ਥੋੜੀ ਜਿਹੀ ਕੀ ਹੁੰਦੀ ਹੈ? ਸ਼ਰਾਬ। ਤਾਂ ਉਸ ਬੱਚੇ ਨੇ ਪਤਾ ਕੀ ਕਰਨਾ? ਉਸ ਬੋਤਲ ਨੂੰ ਇੱਕ ਦੋ ਵਾਰੀ ਦੇਖਿਆ, ਪਰ ਹੌਲੀ ਹੌਲੀ ਉਸ ਬੱਚੇ ਨੇ ਉਸ ਬੋਤਲ ਨੂੰ ਕੀ ਕਰਤਾ? ਪੀਣਾ ਸ਼ੁਰੂ ਕਰ ਦਿੱਤਾ। ਉਸ ਬੱਚੇ ਦੀ ਤਲਬ ਵੱਧਦੀ ਗਈ, ਉਸ ਬੱਚੇ ਦੀ ਤਲਬ ਇੰਨੀ ਵੱਧਦੀ ਗਈ, ਉਹ ਜਲਦੀ ਉੱਠਿਆ ਔਰ ਉਹਨੇ ਆਪਣੇ ਡੈਡੀ ਦਾ ਪਿੱਛਾ ਕੀਤਾ ਕਿ ਅੱਜ ਮੇਰਾ ਡੈਡੀ ਕਿੱਥੇ ਜਾਵੇਗਾ। ਜੰਮੂ ਐਂਡ ਕਸ਼ਮੀਰ ਦੇ ਵਿੱਚ ਕਾਫੀ ਬਰਫ਼ ਪੈਂਦੀ ਹੈ, ਉੱਥੇ ਸਰਦੀ ਵੀ ਹੁੰਦੀ ਹੈ, ਬਰਫ਼ ਦੇ ਦਿਨ ਸੀ। ਉਹਦਾ ਡੈਡੀ ਬਾਹਰ ਨਿਕਲਿਆ ਕੰਮ ਤੇ, ਔਰ ਜਿਵੇਂ ਜਿਵੇਂ ਉਹ ਜਾ ਰਿਹਾ ਸੀ, ਉਹਦੇ ਪੈਰ ਬਰਫ਼ ਦੇ ਵਿੱਚ ਛਪਦੇ ਜਾਂਦੇ ਸੀ, ਤੇ ਮੁੰਡਾ ਵੀ ਉਹਦੇ ਪਿੱਛੇ ਪਿੱਛੇ ਉਹਨਾਂ ਛਪੇ ਪੈਰਾਂ ਦੇ ਵਿੱਚ ਚੱਲਦਾ ਚੱਲਦਾ ਕਿੱਥੇ ਪਹੁੰਚ ਗਿਆ ਪਤਾ? ਠੇਕੇ ਤੇ। ਜਿਸ ਬੱਚੇ ਨੂੰ ਦਾਰੂ ਦਾ ਪਤਾ ਵੀ ਨਹੀਂ ਸੀ, ਉਹ ਦਾਰੂਬਾਜ਼ ਹੋ ਗਿਆ। ਜਿਸ ਬੱਚੇ ਨੂੰ ਦਾਰੂ ਦੇ ਬਾਰੇ ਪਤਾ ਵੀ ਨਹੀਂ ਸੀ ਕਿ ਕੀ ਚੀਜ਼ ਹੈ, ਪਰ ਉਸ ਬਾਪ ਦੀ ਆਦਤ ਨੇ ਉਸ ਬੱਚੇ ਨੂੰ ਸ਼ਰਾਬੀ ਬਣਾ ਦਿੱਤਾ। ਮੇਰੇ ਭੈਣੋ ਤੇ ਭਰਾਓ, ਇਸ ਚੀਜ਼ ਨੂੰ ਕਿਉਂ ਨਹੀਂ ਅਸੀਂ ਸਿੱਖ ਰਹੇ? ਕਿਉਂ ਅਸੀਂ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਖਰਾਬ ਕਰਨ ਦੇ ਪਿੱਛੇ ਲੱਗੇ ਹੋਏ ਹਾਂ? ਕਿਉਂ ਹੈ ਮਾਂ-ਬਾਪ, ਤੂੰ ਆਪਣੇ ਬੇਟੇ ਨੂੰ ਜਿਹਨੂੰ ਤੂੰ ਖੁਦ ਜੰਮਿਆ, ਆਪਣੀ ਬੇਟੀ ਨੂੰ ਜਿਹਨੂੰ ਖੁਦ ਜੰਮਿਆ, ਕਿਉਂ ਉਸ ਨੂੰ ਨਾਸ਼ ਦੇ ਵੱਲ ਖੁਦ ਧੱਕ ਰਹੀ ਹੈ? ਕਿਉਂਕਿ ਪਰਮੇਸ਼ਵਰ ਨਹੀਂ ਚਾਹੁੰਦਾ ਤੇਰੀ ਬੇਟੀ, ਤੇਰਾ ਬੇਟਾ ਨਾਸ਼ ਹੋਵੇ। ਪਰਮੇਸ਼ਵਰ ਕੀ ਚਾਹੁੰਦਾ? ਤਾਂ ਅੱਗੇ ਪੜੋ, 6 ਦੀ 4 ਅੱਗੇ 5 ਤੋਂ 6 ਪੜੋ, 5 ਔਰ 6। ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ। ਪਰਮੇਸ਼ਵਰ ਕਹਿੰਦਾ ਜਿਹੜੀਆਂ ਗੱਲਾਂ ਤੂੰ ਸਿੱਖ ਰਹੀ ਹੈ, ਜਿਹੜੀਆਂ ਗੱਲਾਂ ਤੂੰ ਸਿੱਖ ਰਿਹਾ ਹੈ, ਜਿਹੜੀਆਂ ਗੱਲਾਂ ਤੂੰ ਬਾਈਬਲ ਦੇ ਵਿੱਚ ਪੜ੍ਹ ਰਹੀ ਹੈ, ਜਿਹੜੀਆਂ ਗੱਲਾਂ ਤੂੰ ਬਾਈਬਲ ਦੇ ਵਿੱਚ ਪੜ੍ਹਦਾ ਹੈ ਜਾਂ ਚਰਚ ਵਿੱਚ ਜਾ ਕੇ ਸੁਣਦਾ ਹੈ, ਇਹ ਗੱਲਾਂ ਦਾ ਮੈਂ ਤੈਨੂੰ ਇੱਕ ਹੁਕਮ ਕਰਦਾ ਹਾਂ। ਕੀ ਕਹਿੰਦਾ ਪਰਮੇਸ਼ਵਰ? ਇਹ ਤੁਹਾਡੇ ਹਿਰਦੇ ਉੱਤੇ ਹੋਣ। ਪਹਿਲਾਂ ਤੇ ਤੇਰੇ ਦਿਲ ਤੇ ਹੋਣ। ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਉਹਨਾਂ ਨੂੰ ਆਪਣੇ ਕਿਹਨੂੰ ਸਿਖਲਾਓ? ਬੱਚਿਆਂ ਨੂੰ। ਇੱਥੇ ਗਵਾਂਢੀਆਂ ਨੂੰ ਸਿਖਾਉਂਦੀਆਂ ਬੁੜੀਆਂ। ਹਾਂ ਸਹੀ ਹੈ, ਮੈਂ ਦੇਖਿਆ ਭੈਣਾਂ ਨੂੰ, ਗਵਾਂਢੀਆਂ ਨੂੰ ਵਚਨ ਸਿਖਾਉਣਗੇ, ਹੋਰਾਂ ਨੂੰ ਵਚਨ ਸਿਖਾਉਣਗੇ, ਪਰ ਆਪਣੇ ਬੱਚਿਆਂ ਨੂੰ ਕਦੇ ਵੀ ਵਚਨ ਨਹੀਂ ਸਿਖਾਉਣਗੇ। ਉੱਥੇ ਲਿਖਿਆ ਸਭ ਤੋਂ ਪਹਿਲਾਂ ਕੀ ਵਚਨ ਕਿਹਨੂੰ ਦੱਸਣਾ? ਆਪਣੇ ਬੱਚਿਆਂ ਨੂੰ। ਅੱਗੇ ਤੁਸੀਂ ਆਪਣੇ ਘਰ ਬੈਠਿਆਂ ਜਦੋਂ ਬੈਠੇ ਹੁੰਦੇ ਹੋ ਘਰ ਵਿੱਚ, ਉਦੋਂ ਕਿਹਦੀ ਗੱਲ ਕਰਨੀ ਹੈ? ਪਰਮੇਸ਼ਵਰ ਦੇ ਵਚਨ ਦੀ। ਅੱਗੇ ਰਾਹ ਤੁਰਦਿਆਂ, ਰਾਹ ਚੱਲਦਿਆਂ, ਲੇਟਦਿਆਂ, ਲੰਮੇ ਪਿਆਂ ਅਤੇ ਉੱਠਦਿਆਂ ਉਹਨਾਂ ਦਾ ਚਰਚਾ ਕਰੋ। ਹਾਂ, ਮੈਨੂੰ ਨਹੀਂ ਲੱਗਦਾ ਮਸੀਹ ਲੋਕ ਇੰਨੀਆਂ ਗੱਲਾਂ ਕਰਦੇ ਆ ਵਚਨ ਦੇ ਬਾਰੇ। ਸਫ਼ਰ 'ਚ ਜਾਂਦੇ, ਉੱਥੇ ਲਿਖਿਆ ਰਾਹ ਵਿੱਚ ਜਾਂਦੇ, ਚੱਲਦੇ ਹੋਏ, ਹਰ ਇੱਕ ਜਗ੍ਹਾ ਤੇ ਤੁਸੀਂ ਕਿਹਦੀ ਗੱਲ ਕਰਨੀ ਹੈ? ਪਰ ਅਫਸੋਸ ਹੈ, ਮੈਂ ਭੈਣਾਂ ਦੀ ਬੇਨਤੀ ਭੈਣਾਂ ਨੂੰ ਮੈਂ ਦੇਖਿਆ, ਮੀਟਿੰਗ ਖਤਮ ਹੋਣ ਤੋਂ ਬਾਅਦ ਗੱਲਾਂ ਹੀ ਹੋਰ ਚੱਲਦੀਆਂ ਨੇ। ਔਰ ਇਹਦਾ ਮਤਲਬ ਉਹ ਵਚਨ ਉਹਨਾਂ ਦੇ ਹਿਰਦੇ ਵਿੱਚ ਹਜੇ ਤੱਕ ਨਹੀਂ ਗਿਆ। ਸਾਰੇ ਬੋਲੋ ਹਾਲੇਲੂਇਆ। ਮੇਰੇ ਭੈਣੋ ਤੇ ਭਰਾਓ, ਇਸ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਹਿਰਦੇ ਵਿੱਚ ਲੈ ਲਓ। ਔਰ ਦੂਸਰੀ ਚੀਜ਼, ਇਸ ਵਚਨ ਨੂੰ ਆਪਣੇ ਬੱਚਿਆਂ ਨੂੰ ਕੀ ਕਰੋ? ਸਿਖਾਓ। ਮੈਂ ਪਿਛਲੇ ਸਮੇਂ ਪੰਮੇ ਭਾਜੀ ਉਹਨਾਂ ਘਰੇ ਗਿਆ ਸੀ। ਪੰਮੇ ਭਾਈ ਦੀ ਵਾਈਫ ਮੈਨੂੰ ਇੱਕ ਗਵਾਹੀ ਦੇ ਰਹੀ ਸੀ ਆਪਣੀ ਬੇਟੀ। ਉਹਨਾਂ ਦੀ ਬੇਟੀ ਐਂਜਲ 8 ਸਾਲ ਦੀ ਉਹ
ਸਾਹਮਣੇ ਵਾਲੇ ਕਿਸੇ ਘਰ ਦੇ ਅੰਦਰ ਘਰੇ ਗਏ ਔਰ ਉੱਥੇ ਉਹਨਾਂ ਦੇ ਘਰੇ ਖਾਣਾ ਖਾ ਰਹੀ ਸੀ ਉਹ ਬੱਚੀ। ਜਦੋਂ ਉਹਨਾਂ ਦੇ ਨਾਲ ਬੈ ਕੇ ਉਹ ਖਾਣਾ ਖਾ ਰਹੀ ਸੀ ਤੇ ਜਦੋਂ ਉਹਨਾਂ ਨੇ ਖਾਣਾ ਲਗਾਇਆ ਇਸ ਬੱਚੀ ਵਾਸਤੇ, ਬੱਚੀ ਇਕੱਲੀ ਸੀ, ਬਾਕੀ ਉਹਨਾਂ ਦਾ ਪਰਿਵਾਰ ਸੀ, ਜਿਹੜੇ ਖਾਣਾ ਖਾਣ ਤੋਂ ਪਹਿਲਾਂ ਕੀ ਕੀਤੀ? ਪ੍ਰੇਅਰ ਕੀਤੀ। ਔਰ ਉਹ ਵੇਖ ਕੇ ਹੈਰਾਨ ਹੋ ਗਏ ਔਰ ਉਸ ਭੈਣ ਨੇ ਆਪਣੇ ਬੇਟੇ ਨੂੰ ਆਖਿਆ, ਦੇਖ ਬੇਟੇ, ਆਪਣੇ ਨਾਲੋਂ ਚੰਗੀ ਤਾਂ ਬੱਚੀ ਹੈ ਜਿਹੜੀ ਰੱਬ ਦਾ ਨਾਮ ਤਾਂ ਲੈਂਦੀ ਹੈ। ਸਾਡੇ ਬੱਚਿਆਂ ਦੀ ਕੀ ਗਵਾਹੀ ਅੱਜ ਦੂਸਰੇ ਲੋਕਾਂ ਸਾਹਮਣੇ? ਸਾਡੇ ਬੱਚਿਆਂ ਦੀ ਕੋਈ ਗਵਾਹੀ ਨਹੀਂ ਹੈ ਅੱਜ ਇਸ ਚਰਚ ਦੇ ਵਿੱਚ, ਇਸ ਚਰਚ ਦੇ ਨੌਜਵਾਨ ਲੜਕਿਆਂ ਦੀ ਕੋਈ ਗਵਾਹੀ ਨਹੀਂ ਹੈ ਕਿਸੇ ਦੇ ਅੱਗੇ। ਉਹ ਚਤਰ, ਚਲਾਕ ਔਰ ਚੋਰ ਨੇ ਸਭ। ਸਹੀ ਦੱਸਾਂ ਮੈਂ ਤੁਹਾਨੂੰ, ਉਹ ਆਪਣੇ ਜੀਵਨ ਤੋਂ ਕਿਸੇ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਪਰ ਜੇ ਕੋਈ ਸਿੱਧੇ ਰਾਹ ਚੱਲ ਰਿਹਾ ਨਾ, ਉਹਨੂੰ ਵੀ ਉਖਾੜ ਕੇ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਜ। ਔਰ ਖਾਸ ਕਰਕੇ ਕੰਮ ਪਤਾ ਕੌਣ ਕਰ ਰਿਹਾ? ਮੈਂ ਇੱਕ ਦਿਨ ਵਚਨ ਸੁਣਿਆ, ਉਦੋਂ ਪਾਸਟਰ ਜੋਰਜ ਨੇ ਕਿਹਾ, ਉਹਨਾਂ ਨੇ ਪੁੱਛਿਆ ਸਾਨੂੰ, ਕਹਿੰਦੇ ਤੁਹਾਡੇ ਹਿਸਾਬ ਨਾਲ ਸਭ ਤੋਂ ਵੱਧ ਐਕਟਰ ਕੌਣ ਹੈ? ਘੈਂਟ ਐਕਟਰ ਕੌਣ ਹੈ? ਠੀਕ ਹੈ, ਤੇ ਤੁਹਾਡੇ ਮਨ 'ਚ ਬੜੇ ਸਵਾਲ ਹੋਣਗੇ, ਇਹ ਐਕਟਰ, ਉਹ ਐਕਟਰ, ਵਾਹ ਐਕਟਰ। ਅਸੀਂ ਵੀ ਕਿਹਾ, ਅਸੀਂ ਵੀ ਇੱਕ ਦੋ ਐਕਟਰਾਂ ਦੇ ਨਾਮ ਲਏ, ਤਾਂ ਪਾਸਟਰ ਕਹਿੰਦੇ ਨਹੀਂ, ਸਭ ਤੋਂ ਘੈਂਟ ਐਕਟਰ ਨੇ ਮਸੀਹ ਲੋਕ। ਸਭ ਤੋਂ ਘੈਂਟ ਐਕਟਰ ਕੌਣ ਅੱਜ ਕੱਲ? ਮਸੀਹ ਲੋਕ। ਇਹ ਪਾਪੀ ਹੁੰਦੇ ਵੀ ਪਵਿੱਤਰ ਬਣ ਕੇ ਵਿਖਾਉਣਗੇ। ਜੀਵਨ 'ਚ ਕੋਈ ਪ੍ਰਾਰਥਨਾ ਨਹੀਂ ਹੈ ਔਰ ਚਰਚ ਦੇ ਵਿੱਚ ਆਤਮਿਕ ਹੋ ਕੇ ਹੋਣਾ ਵਿਖਾਉਣਗੇ। ਡਰਾਮੇਬਾਜ਼ੀ ਸਭ ਤੋਂ ਵੱਧ ਅੱਜ, ਵਾਕਈ ਮੈਂ ਇਸ ਚੀਜ਼ ਨੂੰ ਨੋਟ ਕਰ ਰਿਹਾ ਜੀ, ਸੱਚੀ ਮੈਂ ਦੇਖਿਆ ਖੁਦ, ਸਭ ਤੋਂ ਵੱਧ ਡਰਾਮੇਬਾਜ਼ੀ, ਸਭ ਤੋਂ ਵੱਧ ਐਕਟਿੰਗ ਅੱਜ ਮਸੀਹ ਲੋਕਾਂ ਦੇ ਵਿੱਚ ਹੈ। ਇੰਨੀ ਐਕਟਿੰਗ ਘੈਂਟ ਹੋ ਗਈ, ਨੈਟ ਤੇ ਔਰ ਫੇਸਬੁੱਕ ਔਰ WhatsApp ਤੋਂ ਬਿਨਾ ਇਹਨਾਂ ਨੂੰ ਕੋਈ ਕੰਮ ਹੀ ਨਹੀਂ ਰਿਹਾ ਹੋਣਾ ਇਸ ਟਾਈਮ। ਐਡੇ ਜ਼ਿਆਦਾ ਜ਼ਬਰਦਸਤ ਐਕਟਰ ਬਣ ਚੁੱਕੇ ਸੀ। ਸਾਰੇ ਬੋਲੋ ਹਾਲੇਲੂਇਆ। ਮੇਰੇ ਭੈਣੋ ਤੇ ਭਰਾਓ, ਕੀ ਦੱਸ ਰਹੇ ਅੱਜ ਅਸੀਂ ਆਪਣੇ ਬੱਚਿਆਂ ਨੂੰ? ਕੀ ਸਿਖਾ ਰਹੇ ਆ ਆਪਣੀ ਲਾਈਫ 'ਚ? ਤੁਸੀਂ ਕੀ ਦੱਸ ਰਹੇ ਹੋ ਤੁਸੀਂ ਉਹਨਾਂ ਨੂੰ? ਮੁੜ ਕੇ ਬੱਚੇ ਨੂੰ ਔਰ ਬੱਚੀ ਨੂੰ ਮਾਰਨ ਦਾ ਕੋਈ ਫਾਇਦਾ ਨਹੀਂ ਹੈ, ਉਸ ਨੂੰ ਧਮਕਾਉਣ ਦਾ ਕੋਈ ਫਾਇਦਾ ਨਹੀਂ ਹੈ। ਤੂੰ ਇਹ ਕਿਉਂ ਕੀਤਾ? ਤੂੰ ਇਹ ਕਿਉਂ ਨਹੀਂ ਕਰਦੀ? ਕਿਉਂਕਿ ਇਹ ਗੱਲਾਂ ਤੁਹਾਡੇ ਖੁਦ ਪਰਿਵਾਰ ਵਿੱਚ ਨਹੀਂ ਹਨ। ਜਦੋਂ ਕੋਈ ਵੀ ਗੈਰ ਕੌਮ ਦਾ, ਕੋਈ ਵੀ ਜੋ ਮਸੀਹ 'ਚ ਨਹੀਂ ਚੱਲ ਰਿਹਾ, ਤੁਹਾਡੇ ਘਰੇ ਆ ਕੇ ਬਹਿੰਦਾ, ਤੁਸੀਂ ਉਹਨਾਂ ਨਾਲ ਖਾਂਦੇ ਹੋ, ਗੱਲਾਂ ਕਰਦੇ ਹੋ, ਔਰ ਜੋ ਟੌਪਿਕ, ਉਹ ਗੱਲਾਂ ਪਰਮੇਸ਼ਵਰ ਦੀਆਂ ਨਹੀਂ ਹਨ। ਪਰਮੇਸ਼ਵਰ ਤੋਂ ਕਿਹਦੀਆਂ ਨੇ? ਬਾਹਰ ਦੀਆਂ ਨੇ। ਸਾਰੇ ਬੋਲੋ ਹਾਲੇਲੂਇਆ। ਉਹ ਬਾਹਰਲੀਆਂ ਗੱਲਾਂ ਚੱਲ ਰਹੀਆਂ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈ, ਜਿਨ੍ਹਾਂ ਦਾ ਨਾ ਤਾਂ ਤੁਹਾਨੂੰ ਫਾਇਦਾ ਹੈ ਔਰ ਨਾ ਜਿਸ ਨਾਲ ਤੁਸੀਂ ਕਰਦੇ ਹੋ ਉਹਨੂੰ ਕੋਈ ਫਾਇਦਾ। ਤੁਹਾਡੇ ਤੋਂ ਤਾਂ ਕੋਈ ਪ੍ਰਭੂ ਦਾ ਕੰਮ ਹੋਣਾ ਨਹੀਂਗਾ, ਪਰ ਉਹ ਆਪਦਾ ਕੰਮ ਤੁਹਾਡੇ ਘਰ ਵਿੱਚ ਕਰ ਜਾਂਦੇ ਨੇ। ਪਤਾ ਕਿਵੇਂ? ਸ਼ੈਤਾਨੀ ਗੱਲਾਂ ਕਰ ਕਰਕੇ। ਤੁਹਾਡੇ ਤੋਂ ਤਾਂ ਉਹਨਾਂ ਦੇ ਜੀਵਨ 'ਚ ਕੋਈ ਕੰਮ ਹੋਣਾ ਨਹੀਂ, ਪਰ ਉਹ ਆਪਣੀਆਂ ਉਹ ਗੱਲਾਂ ਕਰ ਕਰਕੇ ਤੁਹਾਡੇ ਜੀਵਨ 'ਚ ਕੰਮ ਜ਼ਰੂਰ ਕਰ ਰਹੇ ਨੇ, ਸ਼ੈਤਾਨੀ। ਇਸ ਲਈ ਪਰਮੇਸ਼ਵਰ ਕਹਿ ਰਿਹਾ, ਸਾਰੇ ਬੋਲੋ ਹਾਲੇਲੂਇਆ। ਇਸ ਲਈ ਤਾਂ ਕਹਿ ਰਿਹਾ ਹੈ, ਬਾਪ ਹੈ, ਮਾਂ, ਤੂੰ ਸੁਚੇਤ ਹੋ, ਧਿਆਨ ਰੱਖ, ਤੇਰਾ ਧਿਆਨ ਕਿੱਥੇ ਹੈ? ਤੂੰ ਕਿਹੜੀਆਂ ਗੱਲਾਂ 'ਚ ਖੁੱਪੀ ਹੋਈਆਂ? ਕਿਹੜੀਆਂ ਗੱਲਾਂ 'ਚ ਤੂੰ ਖੁੱਪਿਆ ਹੋਇਆ? ਕਿਉਂ ਨਹੀਂ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇ ਰਿਹਾ? ਕਿਉਂ ਨਹੀਂ ਆਪਣੇ ਬੱਚਿਆਂ ਨੂੰ ਸਿਖਾ ਰਿਹਾ? ਸਾਰੇ ਬੋਲੋ ਹਾਲੇਲੂਇਆ। ਹਾਂਜੀ ਪੜੋ ਪਲੀਜ਼, ਅੱਗੇ ਪੜੋ। 5-6 ਪੜ ਲਈ। 6-7 ਹਾਂਜੀ। ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥਾਂ ਉੱਤੇ ਬੰਨੋ। ਹਾਂਜੀ, ਬ੍ਰੈਸਲੈਟਸ ਨਾ ਹੋਣ ਤੁਹਾਡੇ ਬੱਚਿਆਂ ਦੇ ਜੀਵਨ 'ਚ, ਵੱਡੇ ਵੱਡੇ ਝੁਮਕੇ ਨਾ ਹੋਣ, ਜੀਨਾਂ ਪੈਂਟਾਂ ਸ਼ਰਟਾਂ ਨਾ ਹੋਣ ਤੁਹਾਡੇ ਬੱਚਿਆਂ ਦੇ ਜੀਵਨਾਂ 'ਚ। ਜੋ ਤੁਸੀਂ ਸਿਖਾਓਗੇ ਉਹ ਤੁਹਾਡੇ ਬੱਚਿਆਂ ਦੇ ਜੀਵਨ 'ਚ ਹੋਵੇਗਾ। ਉੱਥੇ ਲਿਖਿਆ ਵਚਨ ਹੋਵੇ। ਸਾਰੇ ਬੋਲੋ ਹਾਲੇਲੂਇਆ। ਹੱਥਾਂ ਵਿੱਚ ਤੁਹਾਡੇ ਬੱਚਿਆਂ ਦੇ ਮੋਬਾਈਲ ਨਾ ਹੋਣ, ਮੋਬਾਈਲ ਦੀ ਜਗ੍ਹਾ ਤੇ ਕੀ ਹੋਵੇ? ਬਾਈਬਲ ਹੋਵੇ, ਵਚਨ ਹੋਣ। ਸਾਰੇ ਬੋਲੋ ਹਾਲੇਲੂਇਆ। ਹੁਣ ਮਾਂ-ਬਾਪ ਵੈਸੇ ਵੀ ਕੀ ਕਰਨ, ਜ਼ਮਾਨਾ ਹੀ ਇਹ ਜਿਹਾ ਚੱਲ ਗਿਆ ਕਰੋਨਾ ਦਾ। ਜਿਹੜੇ ਬੱਚੇ ਨੇ ਕਦੇ ਮੋਬਾਈਲ ਨਹੀਂ ਫੜਿਆ ਸੀ, ਉਹ ਮਾਂ-ਬਾਪ ਧੱਕੇ ਨਾਲ ਉਹਨੂੰ ਦੇਣਾ ਪੈਂਦਾ। ਕਿਉਂ? ਮੇਰੀ ਕਿਹੜੀ ਚੱਲ ਰਹੀ ਹੈ ਕਲਾਸ? ਆਨਲਾਈਨ ਕਲਾਸ। ਤੇ ਮਾਂ-ਬਾਪ ਮੇਰੇ ਵਰਗਾ ਜਿਹੜਾ ਕੋਈ ਜਾਂ ਕੋਈ ਹੋਰ ਕੋਈ ਵਧੀਆ ਵਿਚਾਰਾ ਮਸੀਹ 'ਚ ਚੱਲਣ ਵਾਲਾ, ਉਹ ਵੀ ਲਾਚਾਰ ਹੋ ਗਿਆ ਕਿ ਹੁਣ ਇਹਨੂੰ ਮੈਂ ਰੋਕਾਂ ਵੀ ਕਿਵੇਂ? ਆਨਲਾਈਨ ਦੇ ਬਹਾਨੇ ਹੀ ਕਲਾਸ ਚੱਲ ਰਹੀ ਹੈ। ਪਰ ਮੈਂ ਦੇਖਿਆ
ਕਲਾਸ ਦੇ ਨਾਮ ਤੇ ਫੋਨ ਲੈਣਗੇ, ਉਹਦੇ ਕੰਮ ਸਾਰੇ ਹੋਰ ਹੀ ਹੋਣਗੇ। ਆਨਲਾਈਨ ਦੇ ਨਾਮ ਤੇ ਮੋਬਾਈਲ ਖਰੀਦਣਗੇ, ਕਲਾਸ ਦੇ ਨਾਮ ਤੇ ਮੋਬਾਈਲ ਖਰੀਦਣਗੇ। ਜਾਂ ਅਸੀਂ ਵੀ ਘਰਾਂ 'ਚ ਹੀ ਕਰਦੇ ਹਾਂ, ਵਚਨ ਦੇ ਲਈ LCD ਖਰੀਦਣਗੇ, ਵਚਨ ਦੇ ਲਈ ਮੋਬਾਈਲ ਖਰੀਦਣਗੇ, ਪਰ ਘਰ 'ਚੋਂ ਆਵਾਜ਼ਾਂ ਵਚਨ ਦੀਆਂ ਨਹੀਂ ਆਉਣਗੀਆਂ, ਗਾਣਿਆਂ ਦੀਆਂ ਆਉਣਗੀਆਂ, ਮਿਊਜ਼ਿਕਸ ਦੀਆਂ ਆਉਣਗੀਆਂ, ਫਿਲਮਾਂ ਦੀਆਂ ਆਉਣਗੀਆਂ, ਸੀਰੀਅਲਸ ਦੀਆਂ ਆਉਣਗੀਆਂ। ਔਰ ਇਹ ਸਹੀ ਸਿੱਖਿਆ ਨਹੀਂ ਹੈ। ਮੇਰਾ ਤੇ ਤੁਹਾਡਾ ਪਰਮੇਸ਼ਰ ਯਹੋਵਾ ਕੀ ਕਹਿ ਰਿਹਾ ਤੁਹਾਨੂੰ? ਤੁਸੀਂ ਉੱਠਦੇ ਬਹਿੰਦੇ ਹਰ ਇੱਕ ਸਮੇਂ ਕਿਹਦੀ ਗੱਲ ਕਰਨੀ ਹੈ? ਪਰਮੇਸ਼ਵਰ ਦੇ ਵਚਨ ਦੀ। ਇਹ ਨਹੀਂ ਹੈ ਕਿ ਸਵੇਰ ਪਰਮੇਸ਼ਰ ਦੇ ਵਚਨ ਦੀ ਗੱਲ ਕਰੋ, ਸ਼ਾਮ ਨੂੰ ਕਿਸੇ ਹੋਰ ਹੀ ਕੁਝ ਤੁਹਾਡੇ ਘਰੇ ਚੱਲੀ ਜਾਂਦਾ ਹੋਵੇ। ਨਹੀਂ, ਜਦੋਂ ਪਰਮੇਸ਼ਰ ਦੇ ਵਚਨ ਦੀ ਗੱਲ ਕਰੋਗੇ, ਤੁਹਾਡੇ ਬੇਟੇ ਔਰ ਬੇਟੀਆਂ ਸਿੱਖਣਗੇ। ਮੈਂ ਇੱਕ ਚੀਜ਼ ਹੋਰ ਪਲੀਜ਼ ਦੱਸਣਾ ਚਾਹਾਂਗਾ ਜੋ ਮੈਂ ਉਸ ਦਿਨ ਸਿੱਖੀ ਸੀ। ਸਾਰੇ ਬੋਲੋ ਹਾਲੇਲੂਇਆ। ਯਸ਼ਾਇਆ ਉਸ ਦੀ 40 ਦੀ 28, 29, 30 ਔਰ 31 ਪੜੋ ਪਲੀਜ਼। ਯਸ਼ਾਇਆ ਉਸ ਦੀ 40 ਦੀ 28, 29, 30 ਔਰ 31। ਕੀ ਤੂੰ ਨਹੀਂ ਜਾਣਿਆ? ਹਾਂਜੀ। ਕੀ ਤੂੰ ਨਹੀਂ ਸੁਣਿਆ? ਹਾਂਜੀ। ਕਿ ਅਨਾਦਿ ਪਰਮੇਸ਼ਵਰ ਯਹੋਵਾ ਧਰਤੀ ਦੇ ਬੰਨਿਆਂ ਦਾ ਕਰਤਾ, ਨਾ ਹੁਸਦਾ ਹੈ ਨਾ ਥੱਕਦਾ ਹੈ। ਉਹਦੀ ਸਮਝ ਅਥਾਹ ਹੈ। ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ। ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ ਅਤੇ ਜਵਾਨ ਵੀ ਡਿੱਗ ਹੀ ਪੈਣਗੇ, ਪਰ ਯਹੋਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ। ਹਾਲੇਲੂਇਆ। ਹਾਲੇਲੂਇਆ। ਉਕਾਬ ਦੇ ਤਰ੍ਹਾਂ ਨਹੀਂ ਲਿਖਿਆ ਉੱਥੇ, ਉਕਾਬ ਦੇ ਬਾਰੇ ਕੁਝ ਨਹੀਂ ਆਇਆ। ਅੱਗੇ ਪੜੋ। ਉਹ ਉਕਾਬਾਂ ਵਾਂਗ ਖੰਭਾਂ ਉੱਤੇ ਉੱਡਣਗੇ। ਹਾਂਜੀ, ਉਹ ਉਕਾਬਾਂ ਵਾਂਗ ਕਿਹਦੇ ਤੇ ਉੱਡਣਗੇ? ਖੰਭਾਂ ਉੱਤੇ। ਕੌਣ ਉੱਡਣਗੇ? ਜੋ ਯਹੋਵਾ ਦੀ ਕੀ ਕਰਦੇ ਨੇ? ਉਡੀਕ ਕਰਦੇ ਨੇ। ਤੁਸੀਂ ਉਹਦੀ ਉਡੀਕ ਉਦੋਂ ਹੀ ਕਰ ਸਕਦੇ ਹੋ ਜਦੋਂ ਤੁਸੀਂ ਉਹਦੀਆਂ ਵਚਨਾਂ ਤੇ ਚੱਲਣ ਵਾਲੇ ਹੋਵੋਗੇ, ਜਦੋਂ ਤੁਸੀਂ ਖਰੇ ਹੋਵੋਗੇ ਪਰਮੇਸ਼ਵਰ ਦੇ ਵਿੱਚ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਣ ਵਾਲੇ ਹੋਵੋਗੇ ਤੇ ਖੁਦ ਸਿੱਖਣ ਵਾਲੇ ਹੋਵੋਗੇ। ਔਰ ਵਚਨ 'ਚ ਲਿਖਿਆ ਕਿ ਤੁਸੀਂ ਕਿਹਦੇ ਵਾਂਗੂ ਉੱਡੋਗੇ? ਆਪਣੇ ਫੰਗਾਂ ਤੇ ਉੱਡੋਗੇ। ਹਾਲੇਲੂਇਆ। ਉਸ ਦਿਨ ਦੱਸ ਰਹੇ ਸੀ, ਉਕਾਬ ਐਸਾ ਇੱਕ ਪੰਛੀ ਹੈ ਜਿਸਦੇ ਬਹੁਤ ਜ਼ਬਰਦਸਤ ਪਰ ਹੁੰਦੇ ਨੇ। ਕਹਿੰਦੇ ਨੇ ਕਿ ਉਹ ਬਹੁਤ ਜ਼ਬਰਦਸਤ ਉਤਲੇ ਅਸਮਾਨ ਦੇ ਉੱਤੇ ਉੜਦਾ ਹੈ, ਹਨੇਰੀਆਂ ਦੇ ਵਿੱਚ ਉੜਦਾ ਹੈ। ਉਹ ਹਰ ਸਮੇਂ ਜਦੋਂ ਸਵੇਰ ਉੱਠਦਾ, ਕਹਿੰਦੇ ਆ ਆਪਣੇ ਫੰਗਾਂ ਨੂੰ ਕੀ ਕਰਦਾ? ਸਾਫ਼ ਕਰਦਾ ਹੈ। ਕਿਹਦੇ ਨਾਲ? ਆਪਣੀ ਚੁੰਝ ਦੇ ਨਾਲ। ਕਿਉਂਕਿ ਉਹਨੂੰ ਪਤਾ ਜੇ ਅਗਰ ਕੋਈ ਵੀ ਫਰਕ ਮੇਰੇ ਫੰਗਾਂ ਦੇ ਵਿੱਚ ਪੈ ਗਿਆ ਤੇ ਮੈਂ ਇੱਕ ਜ਼ਬਰਦਸਤ ਉਡਾਨ, ਅੱਛੀ ਉਡਾਨ ਕਦੇ ਵੀ ਭਰ ਨਹੀਂ ਸਕਦਾ। ਔਰ ਤੁਸੀਂ ਅਤੇ ਮੈਂ ਵੀ ਉਕਾਬਾਂ ਦੇ ਵਾਂਗੂ ਅਗਰ ਉੱਡਣਾ ਹੈ ਤਾਂ ਸਾਡੇ ਜਿਹੜੇ ਦੋ ਫੰਗ ਨੇ, ਉਹ ਪਹਿਲਾ ਇੱਕ ਤਾਂ ਹੈ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਵਚਨ ਅਤੇ ਦੂਸਰੀ ਹੈ ਸਾਡੀ ਪ੍ਰਾਰਥਨਾ। ਅਗਰ ਵਚਨ ਪੜ ਰਹੇ ਹੋ, ਪ੍ਰਾਰਥਨਾ ਵਾਲਾ ਸਿਸਟਮ ਸਹੀ ਨਹੀਂ ਹੈ ਤਾਂ ਉਹ ਵੀ ਸਿਸਟਮ ਸਹੀ ਕਰ ਲਓ। ਅਗਰ ਪ੍ਰਾਰਥਨਾ ਕਰ ਰਹੇ ਹੋ, ਵਚਨ ਨਹੀਂ ਪੜਦੇ, ਉਹ ਵਾਲਾ ਸਿਸਟਮ ਵੀ ਕੀ ਕਰ ਲਓ? ਸਹੀ ਕਰ ਲਓ। ਉਕਾਬ ਦੇ ਬਾਰੇ ਲਿਖਿਆ, ਜਦੋਂ ਆਪਣੀ ਉਡਾਨ ਠੀਕ ਤਰ੍ਹਾਂ ਨਹੀਂ ਭਰ ਸਕਦਾ ਤੇ ਜਦੋਂ ਆਪਣੀ ਉਡਾਨ ਚੰਗੀ ਤਰ੍ਹਾਂ ਨਹੀਂ ਭਰੀ ਜਾਂਦੀ ਉਹਦੇ ਤੋਂ, ਤਾਂ ਪਤਾ ਉਹ ਕੀ ਕਰਦਾ? ਆਪਣੇ ਆਪ ਨੂੰ ਇੱਕ ਤੁਸੀਂ ਕਹ ਲਓ ਗੁਫਾ ਦੇ ਵਿੱਚ ਜਾਂ ਇੱਕ ਘੋਰੇ ਦੇ ਵਿੱਚ ਲੈ ਜਾਂਦਾ ਹੈ ਔਰ ਕੰਧਾਂ ਦੇ ਨਾਲ ਆਪਣੇ ਫੰਗਾਂ ਨੂੰ ਘਸਾ ਕੇ ਸਾਰੇ ਫੰਗ ਕੀ ਕਰ ਲੈਂਦਾ? ਉਤਾਰ ਦਿੰਦਾ ਹੈ ਔਰ ਉਡੀਕ ਕਰਦਾ ਹੈ ਕਿਦੋਂ ਮੇਰੇ ਕੀ ਆਉਣ, ਨਵੇਂ ਫੰਗ ਆਉਣ, ਨਵੇਂ ਪਰ ਆਉਣ। ਤੇ ਮੇਰੇ ਭੈਣ ਤੇ ਭਰਾਓ, ਅੱਜ ਸਾਡੀਆਂ ਅਗਰ ਕਮੀਆਂ 'ਚ ਅਸੀਂ ਪੈ ਗਏ ਹਾਂ ਨਾ, ਅਗਰ ਸਾਡੇ 'ਚ ਕੋਈ ਕਮੀ ਹੈ, ਅਗਰ ਅਸੀਂ ਕਿਸੇ ਗੱਲੋਂ ਘਟ ਗਏ ਹਾਂ, ਪਾਪ ਨੇ ਜਾਂ ਦੁਨੀਆਦਾਰੀ ਦੀਆਂ ਗੱਲਾਂ ਨੇ ਜਾਂ ਹੋਰ ਚੀਜ਼ਾਂ ਨੇ ਸਾਨੂੰ ਘਟਾ ਕੇ ਰੱਖ ਦਿੱਤਾ ਅੱਜ, ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਜਿਵੇਂ ਉਕਾਬ ਉਸ ਘੋਰੇ ਦੇ ਵਿੱਚ ਚਲਾ ਜਾਂਦਾ ਨਾ, ਆਪਣੇ ਪਹਿਲਾਂ ਵਾਲੇ ਫੰਗਾਂ ਨੂੰ ਲਾ ਸੁੱਟਦਾ ਤੇ ਨਵਿਆਂ ਦੀ ਉਡੀਕ ਕਰਦਾ ਹੈ, ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਪਲੀਜ਼ ਜਿਹੜੀਆਂ ਗੱਲਾਂ ਤੁਹਾਨੂੰ ਪਰਮੇਸ਼ਵਰ ਤੋਂ